ਧੰਨ ਵਾਹਿਗੁਰੂ ਸਾਹਿਬ ਜੀਓ। ਜਿਹਬਾ ਏਕ ਉਸਤਤ ਅਨੇਕ, ਸਤਿਪੁਰਖ ਪੂਰਨ ਬਵੇਕ। ਕਾਹੂ ਬੋਲ ਨਾ ਪਹੁੰਚਤ ਪ੍ਰਾਨੀ, ਅਗੰਮ ਅਗੋਚਰ ਪ੍ਰਭ ਨਿਰਬਾਨੀ। ਨਿਰਾਹਾਰ ਨਿਰਵੈਰ ਸੁਖਦਾਈ, ਤਾਂ ਕੀ ਕੀਮਤ ਕਿਨੈ ਨਾ ਪਾਈ। ਅਨਕ ਭਗਤ ਬੰਧਨ ਨਿਤ ਕਰੇ, ਚਰਨ ਕਮਲ ਹਿਰਦੈ ਸਿਮਰੇ। ਸਦ ਬਲਿਹਾਰੀ ਸਤਿਗੁਰ ਆਪਣੇ, ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ। ਸਦ ਬਲਿਹਾਰੀ ਸਤਿਗੁਰ ਆਪਣੇ, ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ। ਜੁਗੋ ਜੁਗ ਅਟਲ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ। ਸਤਿਗੁਰੂ ਜੀ ਦੀ ਅਪਾਰ ਰਹਿਮਤ, ਅਪਾਰ ਕਿਰਪਾ ਨੂੰ ਆਓ ਜੀ ਆਪਾਂ ਆਪਣੀ ਝੋਲੀ ਦੇ ਵਿੱਚ ਪਵਾਈਏ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਸੁਖਮਨੀ ਸਾਹਿਬ ਦੀ ਪਾਵਨ ਬਾਣੀ ਦੇ ਨਾਲ ਅਸੀਂ ਆਪਣਾ ਰੋਜ਼ਾਨਾ ਦੀ ਤਰ੍ਹਾਂ ਚਿੱਤ ਜੋੜਨ ਦੇ ਲਈ ਜੁੜ ਕੇ ਬੈਠੇ ਹਾਂ। ਸਭ ਤੋਂ ਪਹਿਲਾਂ ਦਸ਼ਮੇਸ਼ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਖਾਲਸਾ ਪੰਥ ਨੂੰ ਅਸੀਸ ਬਖਸ਼ੀਸ਼ ਪਾਵਨ ਗੁਰੂ ਫਤਿਹ ਦੇ ਨਾਲ ਆਪਾਂ ਸਾਂਝ ਪਾਈਏ ਜੀ। ਸਾਰੇ ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਪ੍ਰਭੂ ਪਰਮਾਤਮਾ ਦੀ ਵਡਿਆਈ ਕਰਦਿਆਂ ਹੋਇਆਂ ਇਹਨਾਂ ਸ਼ਬਦਾਂ ਦਾ ਬਹੁਤ ਵਾਰ ਜ਼ਿਕਰ ਆਇਆ ਹੈ ਕਿ ਅਕਾਲ ਪੁਰਖ ਪਰਮਾਤਮਾ ਬਹੁਤ ਮਹਾਨ ਹੈ, ਬਹੁਤ ਬੇਅੰਤ ਹੈ, ਔਰ ਉਹਦੀ ਬੇਅੰਤਤਾਈ ਦਾ ਕੋਈ ਪਾਰਾਵਾਰ ਨਹੀਂ ਹੈ। ਉਹ ਕਿੰਨਾ ਵੱਡਾ ਹੈ। ਉਹਨੂੰ ਵੱਡਾ ਵੱਡਾ ਆਖਣ ਦਾ ਮਤਲਬ ਇੱਥੇ ਇਹ ਹੈ ਕਿ ਬੰਦੇ ਨੂੰ ਇਹ ਦੱਸਣਾ ਕਿ ਬੰਦਿਆ ਤੇਰੇ ਵਿੱਚ ਬਹੁਤ ਸਾਰੇ ਔਗਣ ਨੇ ਅਤੇ ਤੂੰ ਬਹੁਤ ਛੋਟਾ ਹੈ। ਸੋ ਆਪਣੇ ਹੰਕਾਰ ਦੇ ਕਰਕੇ ਤੂੰ ਖੁਦ ਨੂੰ ਪਰਮਾਤਮਾ ਤੋਂ ਵੱਡਾ ਜਾਣਨ ਦੀ ਕੋਸ਼ਿਸ਼ ਵੀ ਨਾ ਕਰੀ, ਕਿਉਂਕਿ ਇਸ ਕਾਇਨਾਤ ਵਿੱਚ ਤੇਰੇ ਵਰਗੇ ਹੋਰ ਬਹੁਤ ਸਾਰੇ ਲੋਕ ਪੈਦਾ ਹੋਏ ਨੇ, ਲੇਕਿਨ ਉਹ ਕਦੇ ਵੀ ਉਹਦੀ ਪ੍ਰਾਪਤੀ ਨਹੀਂ, ਉਹਦੀ ਬਰਾਬਰੀ ਨਹੀਂ ਕਰ ਸਕੇ, ਕਿਉਂਕਿ ਉਹਦੀ ਬਰਾਬਰੀ ਕਰਨਾ ਤੇਰਾ ਕੰਮ ਨਹੀਂ ਹੈ। ਤੇਰਾ ਕੰਮ ਹੈ ਉਹਦੇ ਪਾਵਨ ਚਰਨਾਂ ਦੇ ਵਿੱਚ ਨਮਸਕਾਰ ਕਰਨੀ, ਤੇਰਾ ਕੰਮ ਹੈ ਉਹਦੇ ਪਾਵਨ ਚਰਨਾਂ ਦੇ ਵਿੱਚ ਝੁਕਣਾ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਬੜੀ ਕਿਰਪਾ ਕੀਤੀ ਹੈ। ਸੁਖਮਨੀ ਸਾਹਿਬ ਦੀ ਪਾਵਨ ਬਾਣੀ ਦੀ 18ਵੀਂ ਅਸ਼ਟਪਦੀ ਚੱਲ ਰਹੀ ਹੈ। 18ਵੀਂ ਅਸ਼ਟਪਦੀ ਦੀ 5ਵੀਂ ਪੌੜੀ ਹੈ, ਜਿਹਦਾ ਪਾਠ ਆਪ ਜੀ ਨੇ ਸਤਿਕਾਰ ਸਹਿਤ ਦਾਸ ਪਾਸੋਂ ਸਰਵਣ ਕੀਤਾ ਹੈ। ਇਸ ਪਾਵਨ ਪੌੜੀ ਦੇ ਵਿੱਚ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਕੀਤੀ ਹੈ, ਅਤੇ ਵਡਿਆਈ ਕਰਦਿਆਂ ਹੋਇਆਂ ਉਹਦੇ ਬਾਰੇ ਬੜੇ ਹੀ ਪਿਆਰੇ ਜਿਹੇ ਬਚਨ ਲਿਖੇ ਨੇ। ਜਿਵੇਂ ਕਿਹਾ ਹੈ, ਜਿਹਬਾ ਏਕ ਉਸਤਤ ਅਨੇਕ। ਭਾਵ ਇਹਦਾ ਕਿ ਸਾਡੀ ਜ਼ੁਬਾਨ ਇੱਕ ਹੈ, ਅਸੀਂ ਆਪਣੀ ਇੱਕ ਜ਼ੁਬਾਨ ਨਾਲ, ਆਪਣੀ ਇੱਕ ਜੇਬਾ ਦੇ ਨਾਲ ਕਿਵੇਂ ਉਸ ਵੱਡੇ ਅਕਾਲ ਪੁਰਖ ਨਿਰੰਕਾਰ ਪ੍ਰਭੂ ਪਰਮਾਤਮਾ ਦੇ ਗੁਣ ਗਾ ਸਕਦੇ ਹਾਂ। ਭਾਵ ਕਿ ਛੋਟੀ ਜਿਹੀ ਜ਼ੁਬਾਨ ਨਾਲ ਐਡੇ ਵੱਡੇ ਅਕਾਲ ਪੁਰਖ ਵਾਹਿਗੁਰੂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਧੰਨ ਬਾਬਾ ਕਬੀਰ ਸਾਹਿਬ ਦਾ ਇੱਕ ਬਚਨ ਆਉਂਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਵਿੱਚ, ਸਨਕ ਸਨੰਦ ਮਹੇਸ਼ ਸਮਾਨਾ, ਸ਼ੇਖ ਨਾਗ ਤੇਰੋ ਮਰਮ ਨਾ ਜਾਨਾ। ਬਾਬਾ ਕਬੀਰ ਸਾਹਿਬ ਨੇ ਕਿਹਾ ਵੀ ਚਾਹੇ ਉਹ ਬ੍ਰਹਮਾ ਸੀ, ਚਾਹੇ ਬ੍ਰਹਮਾ ਦੇ ਪੁੱਤਰ ਸਨ, ਚਾਹੇ ਸ਼ੇਸ਼ ਨਾਗ ਸੀ, ਚਾਹੇ ਮਹੇਸ਼ ਭਾਵ ਸ਼ਿਵ ਹੈ, ਇਸ ਤਰ੍ਹਾਂ ਦੇ ਹੋਰ ਪਤਾ ਨਹੀਂ ਕਿੰਨੇ ਦੇਵੀ ਦੇਵਤੇ ਪੈਦਾ ਹੋਏ ਹੋਣਗੇ, ਉਹਨਾਂ ਸਾਰਿਆਂ ਨੇ ਕੋਸ਼ਿਸ਼ ਕੀਤੀ ਹੈ ਪਰਮਾਤਮਾ ਦੀ ਵਡਿਆਈ ਕਰਨ ਦੀ, ਪਰ ਕੋਈ ਵੀ ਸੰਪੂਰਨ ਤੌਰ 'ਤੇ ਉਸ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਦਾ ਅੰਤ ਨਹੀਂ ਪਾ ਸਕਿਆ। ਕਹਿਣ ਦਾ ਮਤਲਬ ਹੈ ਕਿ ਬੰਦਿਆ ਉਹ ਬਹੁਤ ਵੱਡਾ ਹੈ, ਬੜਾ ਮਹਾਨ ਹੈ। ਜੇਬਾ ਏਕ, ਸਾਡੀ ਇੱਕ ਜ਼ੁਬਾਨ ਹੈ, ਉਸਤਤ ਅਨੇਕ, ਉਹਦੇ ਗੁਣ ਬਹੁਤ ਜ਼ਿਆਦਾ ਨੇ। ਇੰਨਾ ਮਹਾਨ ਗੁਣਾਂ ਦਾ ਮਾਲਕ ਅਕਾਲ ਪੁਰਖ ਵਾਹਿਗੁਰੂ ਹੈ। ਜੇਬਾ ਏਕ ਉਸਤਤ ਅਨੇਕ, ਸਤਿਪੁਰਖ ਭਾਵ ਉਹ ਸਦਾ ਰਹਿਣ ਵਾਲਾ ਹੈ, ਜਨ ਜਨ ਦੇ ਵਿੱਚ ਵਸਦਾ ਹੈ, ਪੂਰਨ ਵਿਵੇਕ, ਅਤੇ ਉਹ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪੂਰਨ ਪੁਰਖ ਹੈ।
ਵਿਵੇਕਤਾ ਦਾ ਮਾਲਕ ਹੈ। ਵਿਵੇਕਤਾ ਦੀ ਜਿਹੜੀ ਹੈ ਉਹਦੇ ਵਿੱਚ ਪਤਾ ਨਹੀਂ ਕਿੰਨੀ ਕੁ ਮਾਤਰਾ ਹੈ ਜਿਹਦਾ ਕੋਈ ਪਾਰਾਵਾਰ ਨਹੀਂ ਪਾ ਸਕਦਾ। ਸਮਝਣ ਵਾਲੀ ਗੱਲ ਹੈ ਸਤਿਗੁਰੂ ਨੇ ਸ਼ਬਦ ਕਿਉਂ ਲਿਖੇ ਨੇ। ਅਕਾਲ ਪੁਰਖ ਵਾਹਿਗੁਰੂ ਨੂੰ ਕਿਹਾ ਗਿਆ ਉਹ ਪੂਰਨ ਪੁਰਖ ਹੈ, ਉਹ ਵਿਵੇਕ ਹੈ। ਬੰਦੇ ਨੂੰ ਸਮਝਾਇਆ, ਬੰਦਿਆ ਅਧੂਰਾ ਕੁਛ ਵੀ ਚੰਗਾ ਨਹੀਂ ਲੱਗਦਾ ਹੈ ਤੇ ਤੂੰ ਅਧੂਰਾ ਕਿਉਂ ਰਹਿਣਾ ਚਾਹੁੰਦਾ ਹੈ। ਇਹ ਬੰਦੇ ਮੂਰਖਤਾ ਨਾਲ ਭਰੀ ਹੋਈ ਜ਼ਿੰਦਗੀ ਮਤ ਜੀਉ। ਪਰਮਾਤਮਾ ਵਿਵੇਕ ਹੈ ਤੇ ਤੂੰ ਉਸ ਪਰਮਾਤਮਾ ਨਾਲ ਜੁੜ। ਤੇਰੇ ਅੰਦਰ ਵੀ ਅਕਾਲ ਪੁਰਖ ਵਾਹਿਗੁਰੂ ਵਿਵੇਕਤਾ ਪੈਦਾ ਕਰੇਗਾ। ਅੰਮ੍ਰਿਤਸਰ ਦੀ ਪਾਵਨ ਧਰਤੀ ਤੇ 5 ਸਰੋਵਰ ਤਿਆਰ ਕਰਵਾਏ ਗਏ ਸਨ ਗੁਰੂ ਪਾਤਸ਼ਾਹ ਮਹਾਰਾਜ ਵੱਲੋਂ। ਉਹਨਾਂ 5 ਸਰੋਵਰਾਂ ਦੇ ਵਿੱਚੋਂ ਜਿਵੇਂ ਇੱਕ ਅੰਮ੍ਰਿਤਸਰ ਸਰੋਵਰ ਹੈ, ਭਾਵ ਦਰਬਾਰ ਸਾਹਿਬ ਵਾਲਾ ਅੰਮ੍ਰਿਤਸਰ ਸਰੋਵਰ ਹੈ, ਰਾਮਸਰ ਸਰੋਵਰ ਹੈ, ਸੰਤੋਖਸਰ ਸਰੋਵਰ ਹੈ ਤੇ ਇੱਕ ਸਰੋਵਰ ਹੈ ਵਿਵੇਕਸਰ ਸਰੋਵਰ। ਹੁਣ ਮੈਂ ਬੜਾ ਹੈਰਾਨ ਹੋਣਾ ਸਤਿਗੁਰੂ ਨੇ ਵਿਵੇਕਸਰ ਸਰੋਵਰ ਦਾ ਨਾਮ ਕਿਉਂ ਰੱਖਿਆ। ਵਿਵੇਕ ਭਾਵ ਸੁਮਤ, ਅਕਲ ਦਾ ਪ੍ਰਤੀਕ। ਸਤਿਗੁਰੂ ਨੇ ਨਾ ਬੜੀ ਕਮਾਲ ਦੀਆਂ ਗੱਲਾਂ ਆਪਣੀ ਪਾਵਨ ਬਾਣੀ ਦੇ ਜ਼ਰੀਏ, ਇਤਿਹਾਸ ਦੇ ਜ਼ਰੀਏ ਸਾਡੇ ਤੱਕ ਪਹੁੰਚਾਈਆਂ ਨੇ। ਜਿਵੇਂ ਸ਼ਹਿਰਾਂ ਦੇ ਨਾਮ ਦੇਖੋ ਕਿੰਨੇ ਪਿਆਰੇ ਰੱਖੇ। ਤਰਨ ਤਾਰਨ ਸਾਹਿਬ, ਤਰਨ ਤਾਰਨ, ਜਿੱਥੇ ਰਹਿ ਕੇ, ਜਿੱਥੇ ਬਹਿ ਕੇ, ਜਿਹੜੇ ਗੁਰੂ ਦੀ ਹਜ਼ੂਰੀ ਵਿੱਚ ਰਹਿ ਕੇ ਪਿਆਰਿਆ ਤੈਨੂੰ ਸਮਝ ਆਏਗੀ ਕਿ ਸਤਿਗੁਰੂ ਇੱਕ ਜਹਾਜ਼ ਹੈ, ਇਹਦੇ ਵਿੱਚ ਬਹਿ ਕੇ ਹੀ ਤਰਿਆ ਜਾ ਸਕਦਾ ਹੈ। ਤਰਨ ਤਾਰਨ ਗੁਰੂ ਜਹਾਜ਼ ਹੈ, ਇਹਦੇ ਵਿੱਚ ਬਹਿ ਕੇ ਹੀ ਤਰਿਆ ਜਾ ਸਕਦਾ ਹੈ। ਹੁਣ ਸਤਿਗੁਰੂ ਨੇ ਜਦੋਂ ਨਾਮ ਰੱਖੇ ਨੇ ਤੇ ਬੜੇ ਪਿਆਰੇ। ਕਰਤਾਰਪੁਰ ਸਾਹਿਬ, ਕਰਤਾਰਪੁਰ ਅਕਾਲ ਪੁਰਖ ਵਾਹਿਗੁਰੂ ਦਾ ਘਰ, ਉਹਦੀ ਗੱਲ ਕੀਤੀ। ਵਿਵੇਕਸਰ ਭਾਵ ਕਿ ਇਸ ਅਸਥਾਨ ਤੇ ਇਕੱਲਾ ਨਹਾਉਣਾ ਨਹੀਂ ਪਿਆਰਿਆ, ਨਹਾਏਗਾ ਧੋਏਗਾ ਦੇ ਨਾਲ ਦੀ ਨਾਲ ਬਾਣੀ ਸੁਣੀ, ਗੁਰੂ ਦੀ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਧਾਰਨ ਕਰੀ, ਤੇਰੇ ਅੰਦਰ ਵਿਵੇਕਤਾ ਵਰਤੇਗੀ। ਔਰ ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਸਤਿਗੁਰੂ ਨੇ ਸਾਨੂੰ ਪ੍ਰਤੱਖ ਕਰਾ ਕੇ, ਪ੍ਰਤੱਖ ਦਿਖਾ ਕੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਪਿਆਰਿਆ ਮੈਂ ਚਾਹੁੰਦਾ ਤੂੰ ਅਕਲ ਵਾਲਾ ਹੋਵੇਂ, ਮੈਂ ਚਾਹੁੰਦਾ ਤੂੰ ਵਿਵੇਕ ਵਾਲਾ ਹੋਵੇਂ, ਮੈਂ ਚਾਹੁੰਦਾ ਤੂੰ ਸਮਤ ਵਾਲਾ ਹੋਵੇਂ। ਅੱਜ ਕੋਸ਼ਿਸ਼ ਇਹ ਕੀਤੀ ਜਾਂਦੀ ਹੈ ਖਾਸ ਤੌਰ 'ਤੇ ਜਿਹੜਾ ਭਾਰਤ ਦਾ ਮੀਡੀਆ ਹੈ ਉਹਨਾਂ ਵੱਲੋਂ, ਵਿਸ਼ੇਸ਼ ਤੌਰ 'ਤੇ ਬਾਲੀਵੁੱਡ ਦੀਆਂ ਮੂਵੀਆਂ ਵੱਲੋਂ ਕੋਸ਼ਿਸ਼ ਇਹ ਕੀਤੀ ਜਾਂਦੀ ਹੈ ਕਿ ਵਿੰਗੀ ਤਰਿੰਗੀ ਜੀ ਪੱਗ ਬੰਨ੍ਹ ਕੇ ਅਤੇ ਹਾਸਾ ਜਾਂ ਮਜ਼ਾਕ ਜਾਂ ਉਡਾ ਕੇ ਸਰਦਾਰਾਂ ਦਾ ਕੋਸ਼ਿਸ਼ ਕੀਤੀ ਜਾਂਦੀ ਹੈ ਇਹ ਦਿਖਾਉਣ ਦੀ ਕਿ ਇਹਨਾਂ ਨੂੰ ਅਕਲ ਨਹੀਂ ਹੁੰਦੀ। ਇਹ ਕਮੇਡੀਅਨ ਲੋਕ ਹੁੰਦੇ ਨੇ, ਇਹ ਹਾਸੇ ਮਜ਼ਾਕ ਵਾਲੇ ਲੋਕ ਹੁੰਦੇ ਹੈ, ਲੇਕਿਨ ਇਹਨਾਂ ਦੇ ਵਿੱਚ ਕੋਈ ਅਕਲ ਵਾਲੀ ਗੱਲ ਨਹੀਂ ਹੁੰਦੀ। ਇਹ ਦਿਖਾਇਆ ਜਾਂਦਾ ਹੈ ਪਰ ਨਹੀਂ, ਉੱਥੇ ਇਹ ਨਹੀਂ ਦਿਖਾਉਂਦੇ ਵੀ ਇਹਨਾਂ ਨੇ ਕੀ ਕੁਛ ਕੀਤਾ ਹੈ, ਕੀ ਬਹਾਦਰੀ ਹੈ ਇਹਨਾਂ ਦੀ। ਜੇ ਦਿਖਾਉਣਗੇ ਵੀ ਤਾਂ ਉਹਦੇ ਵਿੱਚ ਉਹਨਾਂ ਦਾ ਕੋਈ ਆਪਣਾ ਮਕਸਦ ਹੋਵੇਗਾ। ਸਤਿਗੁਰੂ ਨੇ ਕਿਹਾ ਸਿੱਖਾ ਤੈਨੂੰ ਮੈਂ ਸਿਆਣਾ ਬਣਾਉਣਾ ਚਾਹੁੰਦਾ, ਅਕਲਵਾਨ ਬਣਾਉਣਾ ਚਾਹੁੰਦਾ। ਤੂੰ ਕਿਸੇ ਦਾ ਪਿਛਲੱਗ ਬਣ ਕੇ ਨਾ ਤੁਰੀ, ਤੂੰ ਆਪਣੀ ਅਕਲ ਦਾ, ਆਪਣੀ ਮੱਤ ਦਾ ਇਸਤੇਮਾਲ ਕਰੀ। ਜੇ ਆਪਣੀ ਅਕਲ ਦਾ ਕਿਤੇ ਆਪਾਂ ਸਾਡੇ ਆਗੂ ਇਸਤੇਮਾਲ ਕਰਦੇ ਹੁੰਦੇ ਨਾ ਤੇ ਅੱਜ ਸਾਨੂੰ ਰੋਣਾ ਨਾ ਪੈਂਦਾ, ਅੱਜ ਸਾਨੂੰ ਧੱਕੇ ਨਾ ਖਾਣੇ ਪੈਂਦੇ, ਅੱਜ ਸਾਨੂੰ ਰੁਲਣਾ ਨਾ ਪੈਂਦਾ, ਅੱਜ ਸਾਡੀਆਂ ਪੱਗਾਂ ਨੂੰ ਹੱਥ, ਦਾੜੀਆਂ ਨੂੰ ਹੱਥ ਨਾ ਪੈਂਦਾ, ਸਾਡੀਆਂ ਧੀਆਂ ਭੈਣਾਂ ਅੱਜ ਜੇਲ੍ਹਾਂ ਦੇ ਵਿੱਚ ਕੈਦ ਨਾ ਹੁੰਦੀਆਂ ਜੇ ਸਾਡੇ ਕਿਤੇ ਆਗੂ ਆਪਣੀ ਅਕਲ ਦਾ ਇਸਤੇਮਾਲ ਕਰਦੇ। ਹੁਣ ਵੀ ਜਿਹੜੇ ਆਗੂ ਲੱਗੇ ਹੋਏ ਨੇ ਮੂਹਰੇ ਸੰਘਰਸ਼ ਦੇ ਵਿੱਚ, ਜੇਕਰ ਉਹਨਾਂ ਨੇ ਆਪਣੀ ਅਕਲ ਦਾ ਇਸਤੇਮਾਲ ਨਾ ਕੀਤਾ, ਵਿਕਾਊ ਹੋ ਗਏ ਤੇ ਧੋਖਾ ਅਸੀਂ ਬਹੁਤ ਵੱਡਾ ਖਾ ਜਾਵਾਂਗੇ। ਅਕਾਲ ਪੁਰਖ ਵਾਹਿਗੁਰੂ ਪੂਰਨ ਪੁਰਖ ਹੈ, ਵਿਵੇਕ ਹੈ। ਪਿਆਰਿਓ ਉਹਦੇ ਨਾਲ ਜੁੜ ਕੇ ਅਸੀਂ ਵਿਵੇਕਤਾ ਲੈਣੀ। ਆਪਾਂ ਅਰਦਾਸ ਵਿੱਚ ਵੀ ਰੋਜ਼ ਮੰਗਦੇ ਹਾਂ, ਜਿਵੇਂ ਮੈਂ ਪਹਿਲਾਂ ਵੀ ਕਿਹਾ, ਅਸੀਂ ਅਰਦਾਸ ਵਿੱਚ ਮੰਗਦੇ ਵੀ ਹਾਂ ਵਿਵੇਕ ਦਾਨ, ਕਿ ਸਤਿਗੁਰੂ ਸਾਨੂੰ ਵਿਵੇਕ ਦਾਨ ਦੇ, ਸਾਨੂੰ ਐਸੀ ਅਕਲ ਦੇ ਅਸੀਂ ਸੱਚ ਅਤੇ ਝੂਠ ਨੂੰ ਸਮਝ ਸਕੀਏ, ਅਸੀਂ ਕੱਚ ਅਤੇ ਸੱਚ ਨੂੰ ਸਮਝ ਸਕੀਏ, ਸਾਨੂੰ ਸਮਝ ਲੱਗ ਸਕੇ ਵੀ ਚੰਗਾ ਕੀ ਹੈ ਅਤੇ ਮਾੜਾ ਕੀ ਹੈ। ਜਿਸ ਦਿਨ ਇਹ ਸਮਝ ਸਤਿਗੁਰੂ ਸਾਨੂੰ ਦੇ ਦੇਗਾ, ਅਸੀਂ ਸਮਝਾਂਗੇ ਸਾਡਾ ਪਾਰ ਉਤਾਰਾ ਹੋ ਗਿਆ। ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਅੱਗੇ ਕਹਿੰਦੇ ਨੇ, ਕਾਹੂ ਬੋਲ ਨਾ ਪਹੁੰਚਤ ਪ੍ਰਾਨੀ, ਭਾਵ ਕਿ ਕੱਲਾ ਗੱਲਾਂ ਦੇ ਨਾਲ, ਕੱਲਾ ਬੋਲਾਂ ਦੇ ਨਾਲ ਉਹਦੇ ਤੱਕ ਕਦੀ ਕਿਸੇ ਨੇ ਪਹੁੰਚ ਨਹੀਂ ਪਾਈ। ਕੋਈ ਇਨਸਾਨ ਕੱਲਾ ਬੋਲਾਂ ਦੇ ਨਾਲ ਉਹਦੇ ਤੱਕ ਨਹੀਂ ਪਹੁੰਚ ਸਕਦਾ। ਔਰ ਇਹ ਗੱਲ ਧੰਨ ਗੁਰੂ ਨਾਨਕ ਸਾਹਿਬ ਨੇ ਬਾਣੀ ਵਿੱਚ ਵੀ ਲਿਖੀ ਗਈ। ਸਤਿਗੁਰੂ ਨੇ ਜਦੋਂ ਕਿਹਾ ਜੋਗੀ ਕੱਲਾ ਗੱਲਾਂ ਦੇ ਨਾਲ ਜੋਗੀ ਨਹੀਂ ਬਣੀਦਾ, ਗੱਲੀ ਜੋਗ ਨਾ ਹੋਈ, ਜੋਗ ਭਾਵ ਮਿਲਾਪ, ਪਰਮਾਤਮਾ ਦੇ ਨਾਲ ਮਿਲਾਪ ਕੱਲਾ ਗੱਲਾਂ ਦੇ ਨਾਲ ਥੋੜ੍ਹੀ ਹੁੰਦਾ। ਉੱਥੇ ਕਰਨੀ ਪ੍ਰਧਾਨ ਹੈ, ਉੱਥੇ ਕਰਨੀ ਵੀ ਵੇਖੀ ਜਾਂਦੀ। ਆਪਾਂ ਕੱਲਾ ਗੱਲਾਂ ਤੱਕ ਸੀਮਤ ਹੈ। ਜਿਵੇਂ ਪਾਕ ਬਾਣੀ ਵਿੱਚ ਇੱਕ ਜਗ੍ਹਾ 'ਤੇ ਆਖਿਆ ਗਿਆ, ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ, ਮਨੋ ਕੁਸੁੱਧਾ ਕਾਲੀਆਂ ਬਾਹਰ ਚਿਟਵੀਆਂ। ਕੱਲਾ ਗੱਲਾਂ ਨਾਲ ਨਹੀਂ, ਅਸੀਂ ਉਹਦੇ ਤੱਕ ਪਹੁੰਚ ਕੱਲਾ ਗੱਲਾਂ ਨਾਲ ਨਹੀਂ। ਸਤਿਗੁਰੂ ਗੁਰੂ ਅਰਜਨ ਸਾਹਿਬ ਕਹਿੰਦੇ, ਕਾਹੂ ਬੋਲ, ਕਿਸੇ ਬੋਲ ਨਾਲ
ਨਾ ਪਹੁੰਚਤ ਪ੍ਰਾਨੀ, ਬੰਦਾ ਕੋਈ ਵੀ ਬੋਲਾਂ ਨਾਲ ਗੱਲਾਂ ਨਾਲ ਉਹ ਤੱਕ ਨਹੀਂ ਪਹੁੰਚ ਸਕਦਾ। ਪਹੁੰਚ ਹੁੰਦੀ ਹੈ ਜਦੋਂ ਸਾਡੀ ਕਰਨੀ ਹੋਵੇਗੀ, ਜਦੋਂ ਸਾਡਾ ਕਰੈਕਟਰ ਹੋਵੇਗਾ, ਜਦੋਂ ਸਾਡਾ ਜੀਵਨ ਹੋਵੇਗਾ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਜਦੋਂ ਭੱਟਾਂ ਨੇ ਆ ਕੇ ਨਮਸਕਾਰ ਕੀਤੀ ਤਾਂ ਉਹਨਾਂ ਨੇ ਇਹੀ ਗੱਲ ਕਹੀ ਸੀ ਕਿ ਬਹੁਤ ਜਗ੍ਹਾ ਤੇ ਆਪਾਂ ਧੱਕੇ ਖਾਦੇ ਨੇ, ਪਰ ਤੁਹਾਡਾ ਜੀਵਨ ਦੇਖਿਆ ਕਿ ਤੁਹਾਡੀ ਕਰਨੀ ਵੀ ਹੈ ਤੇ ਤੁਹਾਡੀ ਕਥਨੀ ਵੀ ਹੈ। ਤੇ ਜਿਸ ਦਿਨ ਕਥਨੀ ਤੇ ਕਰਨੀ ਇੱਕ ਤਰ੍ਹਾਂ ਦੀ ਹੋ ਗਈ, ਉਸ ਦਿਨ ਹੀ ਭਲਿਓ ਭਾਗ ਲੱਗਦੇ ਨੇ। ਇਹ ਸਾਨੂੰ ਸਮਝਣਾ ਪਏਗਾ ਕਿ ਅਸੀਂ ਇਕੱਲੇ ਜਿਹੜੇ ਉਹ ਜ਼ੁਬਾਨ ਵਾਲੇ ਨਾ ਹੋਈਏ, ਸਾਡੀ ਕਰਨੀ ਵੀ ਵੈਸੀ ਬਣ ਜਾਏ। ਅਗੰਮ ਅਗੋਚਰ ਪ੍ਰਭ ਨਿਰਬਾਨੀ, ਨਿਰਬਾਨੀ ਦਾ ਮਤਲਬ ਹੈ ਵਾਸ਼ਨਾ ਰਹਿਤ। ਪਰਮਾਤਮਾ ਦੇ ਵਿੱਚ ਕੋਈ ਵਾਸ਼ਨਾ ਨਹੀਂ ਹੈ, ਉਹਨੂੰ ਸਾਥੋਂ ਕੁਝ ਨਹੀਂ ਚਾਹੀਦਾ। ਕੋਈ ਵਾਸ਼ਨਾ ਰੱਖ ਕੇ ਨਹੀਂ ਬੈਠਾ ਹੋਇਆ ਵੀ ਉਹ ਕੋਈ ਚਾਹਨਾ ਰੱਖ ਕੇ ਬੈਠਾ ਵੀ ਬੰਦਿਆ ਤੂੰ ਮੇਰਾ ਨਾਮ ਜਪ ਤੇ ਮੈਂ ਤੈਨੂੰ ਕੁਝ ਦੇਵਾਂਗਾ। ਮੈਂ ਭਾਵ ਕਿ ਕੋਈ ਵਾਸ਼ਨਾ ਰੱਖ ਕੇ ਬੈਠਾ ਹੋਇਆ। ਸਤਿਗੁਰ ਕਹਿੰਦੇ ਤੂੰ ਵੀ ਵਾਸ਼ਨਾ ਰਹਿਤ ਹੋ ਜਾ। ਅਗੰਮ, ਪਰਮਾਤਮਾ ਅਗੰਮ ਹੈ, ਗਿਆਨ ਇੰਦਰੀਆਂ ਦੀ ਪਹੁੰਚ ਤੋਂ ਬਹੁਤ ਪਰੇ ਹੈ, ਅਗੋਚਰ ਹੈ। ਅਗੰਮ ਅਗੋਚਰ, ਤੇਰੀਆਂ ਸਰੀਰਕ ਇੰਦਰੀ, ਤੇਰੇ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਜਿਹੜਾ ਕਿ ਬਹੁਤ ਪਰਾਂ ਹੈ, ਉਹ ਨਿਰਬਾਨੀ ਅਕਾਲ ਪੁਰਖ ਵਾਹਿਗੁਰੂ, ਜਿਹਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਵਾਸ਼ਨਾ ਨਹੀਂ। ਐ ਬੰਦੇ ਤੂੰ ਉਹਦੇ ਪਾਵਨ ਚਰਨਾਂ ਦੇ ਵਿੱਚ ਸੀਸ ਨਗਾ ਤੇ ਫਿਰ ਤੇਰੇ ਉੱਤੇ ਕਿਰਪਾ ਹੋਏਗੀ। ਸੀਸ ਨਵਾ, ਕਿਰਪਾ ਹੋਏਗੀ, ਕਿਉਂਕਿ ਤ੍ਰਿਸ਼ਨਾ ਬਿਰਲੇ ਕੀ ਹੀ ਬੁੱਝੀ ਹੈ। ਤੇਰੇ ਅੰਦਰ ਜਿਹੜੀ ਤ੍ਰਿਸ਼ਨਾ ਹੈ ਉਹ ਮਾਲਕ ਖਤਮ ਕਰ ਦੇਗਾ, ਵਾਸ਼ਨਾ ਖਤਮ ਕਰ ਦੇਗਾ। ਗੁਰੂ ਪਿਆਰਿਓ, ਗੁਰੂ ਘਰ ਦੇ ਵਿੱਚ ਆਉਣ ਵਕਤ ਵੀ ਅਸੀਂ ਐਸਾ ਖਿਆਲ ਰੱਖਣਾ ਕਿ ਅਸੀਂ ਵਾਸ਼ਨਾ ਰੱਖ ਕੇ ਨਾ ਆਈਏ, ਅਸੀਂ ਤਮੰਨਾ ਰੱਖ ਕੇ, ਚਾਹਨਾ ਰੱਖ ਕੇ ਨਾ ਆਈਏ। ਵਾਸ਼ਨਾ ਰੱਖੋ ਗੁਰੂ ਦੇ ਦੀਦਾਰ ਦੀ, ਗੁਰੂ ਦੇ ਦਰਸ਼ਨ ਦੀ ਭੁੱਖ ਰੱਖੋ, ਸਤਿਗੁਰੂ ਦੇ ਪਿਆਰ ਦੀ। ਐਵੇਂ ਵਾਧੀਆਂ ਉਹਦੀਆਂ ਗੱਲਾਂ ਦੀ ਵਾਸ਼ਨਾ ਰੱਖ ਕੇ ਕੁਛ ਨਹੀਂ ਮਿਲਣ ਲੱਗਾ। ਇੱਥੇ ਤਾਂ ਸਭ ਕੁਝ ਹੈ, ਪਰ ਭੰਡਾਰੇ ਭਰੇ ਪਏ ਨੇ ਮਾਲਕ ਦੇ ਘਰ ਦੇ, ਮਿਲੇਗਾ ਵੀ ਸਭ ਕੁਛ, ਪਰ ਬਹੁਤੀਆਂ ਖਾਸ਼ਾਂ ਨਹੀਂ ਰੱਖੀ ਦੀਆਂ ਹੁੰਦੀਆਂ। ਜਿਵੇਂ ਸਤਿਗੁਰੂ ਨੇ ਇੱਕ ਵਾਰ ਇੱਕ ਸਿੱਖ ਨੂੰ ਕਿਹਾ ਸੀ ਕਿ ਸਿੱਖਾ ਮੈਨੂੰ ਜਪਜੀ ਸਾਹਿਬ ਦਾ ਪਾਠ ਸੁਣਾਈ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਬਹੁਤ ਖੁਸ਼ ਹੋਏ, ਹੋ ਸਕਦਾ ਬਹੁਤ ਕੁਝ ਦੇ ਦਿੰਦੇ, ਪਰ ਸਿੱਖ ਦੇ ਮਨ ਵਿੱਚ ਖਿਆਲ ਹੀ ਆਇਆ ਕਿ ਕਿਤੇ ਉਹ ਜਿਹੜਾ ਘੋੜਾ ਸਾਹਮਣੇ ਵੱਜਾ ਮੈਨੂੰ ਮਿਲ ਜਾਏ। ਵਾਸ਼ਨਾ ਕਾਹਦੀ ਆਈ? ਘੋੜੇ ਦੀ। ਸਤਿਗੁਰ ਕਹਿੰਦੇ ਸਿੱਖਾ ਤੈਨੂੰ ਆਪਾਂ ਬਹੁਤ ਕੁਝ ਦੇਣ ਨੂੰ ਤਿਆਰ ਹੋ ਗਏ ਸੀ, ਤੂੰ ਘੋੜੇ ਤੱਕ ਹੀ ਸੀਮਤ ਰਹਿ ਗਿਆ। ਬਾਣੀ ਪੜ੍ਹਦੇ ਵਕਤ, ਗੁਰੂ ਦੀ ਵਿਚਾਰ ਕਰਦੇ ਵਕਤ ਵਾਸ਼ਨਾ ਨਾ ਰੱਖੋ। ਮਾਲਕ ਬੜੀ ਕਿਰਪਾ ਕਰਦਾ ਹੈ। ਆਪਾਂ ਤਾਂ ਐਵੇਂ ਛੋਟੀਆਂ ਚੀਜ਼ਾਂ ਦੇ ਵਿੱਚ ਪੈ ਕੇ ਬਹੁਤ ਵੱਡੀਆਂ ਚੀਜ਼ਾਂ ਜਿਹੜੀਆਂ ਨੇ ਉਹ ਗਵਾ ਦਿੰਦੇ ਹਾਂ। ਨਿਰਾਹਾਰ ਨਿਰਵੈਰ ਸੁਖਦਾਈ, ਨਿਰਾਹਾਰ ਅਕਾਲ ਪੁਰਖ ਵਾਹਿਗੁਰੂ ਨੂੰ ਕਿਸੇ ਖੁਰਾਕ ਦੀ ਲੋੜ ਨਹੀਂ ਹੈ। ਜਿਵੇਂ ਅਸੀਂ ਖਾਂਦੇ ਹਾਂ ਤਾਂ ਜਿਉਂਦੇ ਹਾਂ, ਪਰ ਪਰਮਾਤਮਾ ਨੂੰ ਭੋਜਨ ਦੀ ਲੋੜ ਨਹੀਂ ਹੈ, ਉਹਨੂੰ ਭੋਜਨ ਪਦਾਰਥ ਦੀ ਲੋੜ ਨਹੀਂ ਹੈ, ਉਹਨੂੰ ਖਾਣ ਦੀ ਲੋੜ ਨਹੀਂ ਪੈਂਦੀ ਹੈ। ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨਿਰਾਹਾਰ ਹੈ, ਭਾਵ ਖੁਰਾਕ ਦੀ ਲੋੜ ਨਹੀਂ ਉਸ ਨੂੰ। ਨਿਰਵੈਰ ਹੈ, ਉਹਨੂੰ ਕਿਸੇ ਨਾਲ ਵੈਰ ਨਹੀਂ। ਸੁਖਦਾਈ ਹੈ, ਅਕਾਲ ਪੁਰਖ ਵਾਹਿਗੁਰੂ ਸੁੱਖਾਂ ਦਾ ਦਾਤਾ ਹੈ। ਤਾਂ ਕਿ ਕੀਮਤ ਕਿਨੈ ਨਾ ਪਾਈ, ਕਿਸੇ ਇਨਸਾਨ ਨੇ ਉਹਦੀ ਕੀਮਤ ਅੱਜ ਤੱਕ ਨਹੀਂ ਪਾਈ, ਭਾਵ ਕਿ ਉਹਦਾ ਮੁੱਲ ਕੋਈ ਨਹੀਂ ਪਾ ਸਕਿਆ, ਉਹ ਇੰਨਾ ਮਹਾਨ ਹੈ। ਅਨੇਕ ਭਗਤ ਬੰਧਨ ਨਿਤ ਕਰੇ, ਬਹੁਤ ਸਾਰੇ ਭਗਤ ਰਾਤ ਦਿਨ ਉਹਦੇ ਪਾਵਨ ਚਰਨਾਂ ਦੇ ਵਿੱਚ ਬੰਦਨਾ ਕਰਦੇ ਨੇ, ਨਮਸਕਾਰਾਂ ਕਰਦੇ ਨੇ ਤੇ ਉਹਦੇ ਦਰ ਤੋਂ ਬਹੁਤ ਸਾਰੀਆਂ ਦਾਤਾਂ ਮੰਗਦੇ ਨੇ। ਭਗਤ ਕੌਣ ਹੁੰਦਾ ਹੈ? ਜਿਹਨੇ ਭਗਤੀ ਕੀਤੀ, ਜਿਹੜਾ ਸੱਚ ਨੂੰ ਪ੍ਰਣਾਇਆ ਗਿਆ, ਜਿਹਨੇ ਸੱਚ ਨੂੰ ਆਪਣੇ ਜੀਵਨ ਵਿੱਚ ਢਾਲ ਲਿਆ, ਉਹਨੂੰ ਭਗਤ ਕਹਿੰਦੇ ਨੇ। ਮੈਂ ਪਹਿਲਾਂ ਵੀ ਕਿਹਾ ਸੀ, ਹੁਣ ਫਿਰ ਕਹਾਂ, ਸਿਗਰਟਾਂ ਬੀੜੀਆਂ ਪੀਣ ਵਾਲੇ ਲੋਕ ਨਸ਼ਈ ਨੇ, ਭਗਤ ਨਹੀਂ, ਉਹ ਭਗਤ ਨਹੀਂ ਹੋ ਸਕਦੇ। ਗੁਰਬਾਣੀ ਦੇ ਵਿੱਚ ਜਦੋਂ ਭਗਤ ਦੀ ਗੱਲ ਆਈ ਤੇ ਧਿਆਏ ਭਗਤਾਂ ਸੁਖ ਪਾਇਆ ਦੀ ਗੱਲ ਕੀਤੀ ਸਤਿਗੁਰੂ ਨੇ। ਭਗਤ ਦੀ ਜਦੋਂ ਗੱਲ ਆਈ ਤੇ ਸਤਿਗੁਰੂ ਨੇ ਕਿਹਾ ਕਿ ਤੇਰੇ ਬਹੁਤ ਸਾਰੇ ਭਗਤ ਨੇ ਮਾਲਕਾ, ਜਿਹੜੇ ਤੇਰੇ ਰੰਗ, ਤੇਰੇ ਰੂਪ ਦੇ ਵਿੱਚ ਰਾਤ ਦਿਨ ਰੰਗੇ ਰਹਿੰਦੇ ਐ, ਉਹਨਾਂ ਵਰਗੇ ਬੰਨਾ। ਜਿਹੜੇ ਰਾਤ ਦਿਨ ਪਰਮਾਤਮਾ ਵਿੱਚ ਰੰਗੇ ਰਹਿਣ, ਉਹਨਾਂ ਵਰਗੇ ਬੰਨਾ ਅਸੀਂ। ਸੋ ਭਗਤ ਉਹ ਹੈ ਜਿਹੜਾ ਭਗਤੀ ਨੂੰ ਪਿਆਰ ਕਰਦਾ ਹੈ। ਵੇਖੋ ਕਿੰਨੇ ਪਿਆਰੇ ਭਗਤ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ, 15 ਭਗਤ। ਅਸੀਂ ਆਸੇ ਪਾਸੇ ਦੌੜੇ ਫਿਰਾਂਗੇ ਨਸ਼ਈਆਂ ਦੇ ਪਿੱਛੇ ਤੇ ਕੁਝ ਨਹੀਂ ਮਿਲਣ ਲੱਗਾ। ਭਗਤ ਬਾਬਾ ਰਵਿਦਾਸ ਸਾਹਿਬ ਚਮੜਾ ਰੰਗਦੇ ਨੇ, ਲੋਕ ਚਮਾਰ ਕਹਿ ਕੇ ਮਜ਼ਾਕ ਵੀ ਉਡਾਉਂਦੇ ਨੇ, ਗਲਤ ਵੀ ਬੋਲਦੇ ਨੇ, ਲੇਕਿਨ ਬਾਬਾ ਰਵਿਦਾਸ ਸਾਹਿਬ ਕਹਿੰਦੇ ਨੇ ਮੇਰੀ ਜਾਤ ਤੇ ਨਾ ਜਾ, ਉਹ ਤਾਂ ਤੂੰ ਬਣਾਈ ਹੈ, ਉਹ ਤਾਂ ਤੂੰ ਪੈਦਾ ਕੀਤੀ ਹੈ, ਮੈਂ ਤਾਂ ਉਹਦੇ ਰੰਗ ਦੇ ਵਿੱਚ ਰੰਗਿਆ ਹੋਇਆ, ਮੈਂ ਤਾਂ ਉਹਦੇ ਪਿਆਰ ਦੇ ਵਿੱਚ ਰੰਗਿਆ ਹੋਇਆ। ਸਾਚੀ ਪ੍ਰੀਤ ਦੀ ਗੱਲ ਕਰਦੇ ਨੇ ਕਿ ਪਰਮਾਤਮਾ ਨਾਲ ਜਿੰਨਾ ਮੈਂ ਪਿਆਰ ਕਰਦਾ, ਜੋ ਕੁਝ ਮੈਨੂੰ ਮਿਲ ਗਿਆ ਨਾ,
उस परमात्मा के घरों तुहाडे वर्गे जिहड़े लोग ने वो रात दिन ईर्खा द्वैश विच तुरे रहिंदे ने, उन्हां नूं कख भी नहीं मिलदा। वेखो किन्ने प्यारे भगत ने, भगत कबीर साहब, बाबा सैन जी, सदना जी, पीपा जी, सूरदास जी, बाबा धन्ना जी, बाबा नामदेव जी, ये भगत है जिन्हां ने अपने जीवन नूं सतगुरु के पावन चरणों तो कुर्बान किया। अनेक भगत बंधन नित करें, चरण कमल हिरदै सिमरें, ते अपने हिरदे विच परमात्मा के कमल वर्गे चरणों नूं सदा सिमरते रहिंदे ने ते बहुत सारियां दातां अकाल पुरख वाहिगुरू के घरों प्राप्त करते रहिंदे। सद बलिहारी सतगुर अपने, मैं अपने सतगुरु तो सदा कुर्बान जांदा हाँ, सदके बलिहार जांदा हाँ। नानक जिस प्रसाद, जिस सतगुरु की कृपा नाल ऐसा प्रभ जपने, इहो जिहा अकाल पुरख वाहिगुरू सानू जपण लई मिलिया है। भाव इहो जे अकाल पुरख वाहिगुरू नूं जप सकीए, इहो जिहा परमात्मा मिल जाए, इहो जिहा परमात्मा प्राप्त हो जाए, ऐसे सतगुरु की कृपा नाल, गुरु नानक की कृपा नाल, जिस परमात्मा के इन्ने गुणां दा जिक्र इस पावन पौड़ी दे विच कीता गया, ये गुण साडे जीवन विच भी वसणगे प्यारिओ। पर उस दिन जिस दिन असीं गुरु नानक दे बनांगे, उस दिन जिस दिन असीं गुरु नानक तो सदके जावांगे, उस दिन जिस दिन असीं गुरु नानक नूं प्यार करन लग पावांगे। गुरु नानक साहब ने भगती नूं प्यार कीता है, भगती नूं। अपने वर्गे पता नहीं किन्ने कु गुरु नानक साहब सच्चे पातशाह ने होर तैयार कर दिते ने। दुनिया के कोने कोने विच पहुँच के उन्होंने सच का होका दिता, दुनिया के लोगों नूं कहा अपनी अकल का चंगा इस्तेमाल करो, धर्म इंसान नूं सच्चे राह उत्ते तोरदा है, कदे भी माड़े कर्म ना करो, कदे भी किसी का बुरा ना सोचो, कदे भी किसी का बुरा ना करो, हमेशा सीधे रस्ते उत्ते तुरो। गुरु नानक साहब ने कहा यह जिंदगी एक बार मिली है, दूसरी बार नहीं मिलनी है, इसलिए इस जिंदगी की कदर करो, इस तन की, इस शरीर की कदर करो। परमात्मा ने तुहानूं इस कुदरत विच इसलिए भेजिया है कि तुसीं इस कुदरत नूं होर सोहना बना सको, पर तुसीं होर सोहना बनाउण दी बजाए तुसीं इस कुदरत नूं होर नाश कर रहे हो, होर तबाह कर रहे हो, होर बर्बाद कर रहे हो। धन गुरु नानक साहब सच्चे पातशाह ने सच नाल जोड़िया, उस वाहिगुरू के दीदार, उहदे दर्शन करवाए सानू। मूल मंत्र वर्गी महान कृपा करके साडे उत्ते एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद। ये रब्बी गुण ने, उन्हां रब्बी गुणां नाल सानू जोड़िया कि आ रब्बी गुण ने, ये रब्बी गुण तेरे विच भी वसणगे प्यारिया। तू भी निरभउ निर्वैर हो, तू ही समय दीआं बंदिशां नूं तोड़, तू ही बाहर हो जा कला कलेश तो, वाहिगुरू तेरे ते भी कृपा करेगा। सो आओ जो सतगुरु गुरु अर्जन साहब ने इस पावन पौड़ी दे विच निरंकार दे अकाल पुरख वाहिगुरू दे गुणां दा जिक्र कीता है, उन्हां नूं अपने जीवन विच वसाईए, धारण करिए, ताकि साडा पार उतारा हो सके ते असीं सतगुरु दे चरनां तो कुर्बान जा सकीए। इतनियां बेनतियां स्वीकार करनियां जी, भुल चुक दी खिमा। 18वीं अष्टपदी दी 5वीं पौड़ी दी विचार आप जी ने सरवण की है। सतगुरु अगे अरदास करियो कि महाराज अपने घर की इस तरह सेवा लेंदे रहन जी। वाहिगुरू जी का खालसा, वाहिगुरू जी की फतेह।